ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਿਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ। ਗੁਰ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰਾ ਅੰਗਦ ਦੁਖ ਨਿਕੰਦਨ। ਗੁਰ ਅਮਰਦਾਸ ਹਿਰਦੈ ਨਿਤ ਧਿਆਨ ਹਿਰਦੈ ਨਿਤ ਧਿਆਨ। ਗੁਰ ਰਾਮਦਾਸ ਗੁਣ ਗਾਵ ਗੁਰ ਅਰਜਨ ਬਿਘਨ ਕੇ ਨਾਸਕ ਬਿਘਨ ਕੇ ਨਾਸਕ। ਗੁਰ ਹਰਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਾਮ ਓੰਕਾਰ ਜੋਰੀ ਨਾਮ ਓੰਕਾਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਾਉਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਗੁਰ ਗੋਬਿੰਦ ਸਿੰਘ ਬਿਸਾਲਾ ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਇਕ ਓੰਕਾਰਾ ਸਤਿਗੁਰੂ ਜੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਬਿਨਾਸਨ ਸੋਏ।
ਏਕ ਓੰਕਾਰਾ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ। ਪ੍ਰਥਮ ਪਾਏ ਸੁਧ ਸਾਈਂ ਦਾਸ, ਇਤ ਆਗਮਨ ਭਇਓ ਸੁਖ ਰਾਸ। ਚੰਮੋ ਸਰਬ ਪਰਿਵਾਰ ਸਮੇਤ, ਨਿਕਟ ਪਹੁੰਚੇ ਕਿਰਪਾ ਨਿਕੇਤ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੋਗਾ ਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ 6ਵੇਂ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰਥਮ ਪਾਏ ਸੁਧ ਸਾਈਂ ਦਾਸ, ਇਤ ਆਗਮਨ ਭਇਓ ਸੁਖ ਰਾਸ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਅੱਗੇ ਲਿਖ ਰਹੇ ਨੇ ਕਿ ਜਿਵੇਂ ਕੱਲ੍ਹ ਪਿਛਲੇ ਪ੍ਰਕਰਨਾਂ ਦੇ ਅੰਦਰ ਆਪ ਜੀ ਨੇ ਸਰਵਣ ਕੀਤਾ ਕਿ ਭਾਈ ਸਾਈਂ ਦਾਸ ਨੇ, ਬੀਬੀ ਰਾਮੂ ਜੀ ਨੇ ਸਤਿਗੁਰੂ ਦੇ ਚਰਨਾਂ ਵਿੱਚ ਬੜੇ ਪ੍ਰੇਮ ਭਰੀ ਚਿੱਠੀ ਬੇਨਤੀ ਰੂਪ ਵਿੱਚ ਲਿਖ ਕੇ ਭੇਜੀ ਕਿ ਸਤਿਗੁਰੂ ਜੀ ਸਮਾਂ ਬੜਾ ਹੋ ਗਿਆ, ਕਿਰਪਾ ਕਰੋ ਕਿਤੇ ਇੱਧਰ ਆਓ ਤੇ ਦਰਸ਼ਨ ਦਿਓ। ਸਾਈਂ ਦਾਸ ਨੇ ਲਿਖਿਆ, ਸਤਿਗੁਰੂ ਜੀ ਇਸ ਵਾਰੀ ਮੈਂ ਚਾਹੁੰਦਾ ਕਿ ਜਿਹੜੀ ਵਿਸਾਖੀ ਦਾ ਮੇਲਾ ਹੈ ਉਹ ਡਰੋਲੀ ਵਿੱਚ ਲੱਗੇ, ਸਾਰੀਆਂ ਸੰਗਤਾਂ ਦੀ ਮੈਂ ਸੇਵਾ ਕਰਨੀ ਚਾਹੁੰਦਾ। ਔਰ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਵੀ ਵਿਚਾਰ ਕਰਦੇ ਨੇ ਕਿ ਹੁਣ ਅਸੀਂ ਜੰਗਲ ਦੇਸ਼ ਵਾਲੇ ਮਾਲਵੇ ਵਾਲੇ ਪਾਸੇ ਜਾਣਾ ਹੈ। ਸਤਿਗੁਰੂ ਜੀ ਨੇ ਸਾਰੇ ਪਰਿਵਾਰ ਨੂੰ ਨਾਲ ਲਿਆ ਹੈ, ਸਾਜੋ ਸਮਾਨ ਸਾਰਾ ਲੈ ਲਿਆ, ਸਾਰੀ ਸੈਨਾ ਨਾਲ ਲਈ ਹੈ। ਔਰ ਬਿਧੀ ਚੰਦ ਨੂੰ ਬਚਨ ਵੀ ਕਹਿ ਦਿੱਤੇ ਕਿ ਸਮਾਨ ਜਿਹੜਾ ਹੈ ਸਾਰਾ ਲਵੋ, ਕਿ ਇੱਧਰ ਦੁਬਾਰੇ ਹੋ ਸਕਦਾ ਆਉਣਾ ਹੋਵੇ ਜਾਂ ਨਾ। ਸਿੱਖ ਸੰਗਤਾਂ ਨੂੰ ਵੀ ਜਦੋਂ ਪਤਾ ਲੱਗਿਆ ਗੁਰੂ ਸਾਹਿਬ ਜੀ ਚੱਲੇ ਨੇ, ਸੰਗਤਾਂ ਨੇ ਬੇਨਤੀ ਕੀਤੀ, ਸਤਿਗੁਰੂ ਜੀ ਕਿਰਪਾ ਕਰੋ, ਅਸੀਂ ਕਿਹਦੇ ਆਸਰੇ ਰਵਾਂਗੇ। ਔਰ ਸਤਿਗੁਰੂ ਜੀ ਕਹਿੰਦੇ ਨੇ ਧੰਨ ਗੁਰੂ ਰਾਮਦਾਸ ਜੀ ਦੇ ਆਸਰੇ ਤੁਸੀਂ ਰਹਿਣਾ ਹੈ, ਕਿਉਂਕਿ ਸਤਿਗੁਰੂ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਹਰ ਵੇਲੇ ਹਰਿਮੰਦਰ ਸਾਹਿਬ ਦੇ ਵਿੱਚ ਨੇ, ਅਤੇ ਜਿੱਥੋਂ ਤੱਕ ਦਰਬਾਰ ਦੀ ਆਈਆਂ ਗਈਆਂ ਸੰਗਤਾਂ ਦੇ ਪ੍ਰਬੰਧ ਦਾ ਇੰਤਜ਼ਾਮ ਦਾ ਕੰਮ ਹੈ, ਉਹ ਸਤਿਗੁਰੂ ਜੀ ਨੇ ਆਪਣੇ ਸਹੁਰਾ ਸਾਹਿਬ ਨੂੰ ਹਰੀ ਚੰਦ ਜੀ ਨੂੰ ਦਿੱਤਾ ਹੈ ਕਿ ਪ੍ਰਬੰਧ ਤੁਸੀਂ ਸੰਭਾਲੋ। ਸੰਗਤਾਂ ਨੂੰ ਹੌਸਲਾ ਦੇ ਕੇ ਵਾਪਸ ਮੁੜਿਆ ਹੈ। ਸਤਿਗੁਰੂ ਜੀ ਅੱਗੇ ਪੈਂਡਾ ਤੈਅ ਕਰਦੇ ਹੋਏ ਡਰੋਲੀ ਦੇ ਨੇੜੇ ਪਹੁੰਚ ਗਏ ਨੇ। ਇੱਥੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਹਿਲਾਂ ਭਾਈ ਸਾਈਂ ਦਾਸ ਜੀ ਨੂੰ ਅਗਾਊਂ ਖਬਰ ਭੇਜ ਦਿੱਤੀ ਗਈ ਕਿ ਸੁੱਖਾਂ ਦੇ ਰਾਸ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਇੱਧਰ ਨੂੰ ਆ ਰਹੇ ਨੇ। ਚੰਮੋ ਸਰਬ ਪਰਿਵਾਰ ਸਮੇਤ, ਨਿਕਟ ਪਹੁੰਚੇ ਕਿਰਪਾ ਨਿਕੇਤ। ਅਤੇ ਇਹ ਸੁਨੇਹਾ ਭੇਜਿਆ ਕਿ ਗੁਰੂ ਸਾਹਿਬ ਜੀ ਆਪਣੀ ਸਾਰੀ ਫੌਜ ਸਾਰੇ ਪਰਿਵਾਰ ਦੇ ਸਮੇਤ ਇੱਧਰ ਨੂੰ ਆ ਰਹੇ ਨੇ ਔਰ ਪਿੰਡ ਦੇ ਬਹੁਤ ਨੇੜੇ ਪਹੁੰਚ ਗਏ ਨੇ। ਲੈ ਨਾਰ ਸੰਗ ਆਏ ਅਗਵਾਏ, ਬਿਕਸਿਓ ਸਦਨ ਆਨੰਦ ਸਮੁਦਾਈ। ਭਾਈ ਸਾਈਂ ਦਾਸ ਕੁਝ ਸਿੱਖਾਂ ਨੂੰ ਨਾਲ ਲੈ ਕੇ ਅੱਗੋਂ ਦੀ ਜੀ ਆਇਆਂ ਕਹਿਣ ਵਾਸਤੇ ਗੁਰੂ ਨੂੰ, ਗੁਰੂ ਕੇ ਸਿੱਖ ਸੰਗਤਾਂ ਨੂੰ, ਪਰਿਵਾਰ ਨੂੰ ਲੈਣ ਵਾਸਤੇ ਆਇਆ ਹੈ।
ਭਾਈ ਸਾਈਂ ਦਾਸ ਡਰੋਲੀ ਦੇ ਨਗਰ ਦੇ ਜਿਹੜੇ ਸਿੱਖ ਨੂੰ ਬੜੀ ਆਨੰਦ ਵਿੱਚ ਨੇ। ਸਰਦ ਇੰਦ ਹਰ ਗੋਬਿੰਦ ਓਰਾ, ਕਰਿਓ ਚਕੋਰਨ ਕੋ ਦ੍ਰਿਗ ਜੋਰਾ। ਕਵੀ ਸੰਤੋਖ ਸਿੰਘ ਜੀ ਨੇ ਇੱਥੇ ਉਦਾਹਰਣ ਦਿੱਤੀ ਕਿ ਜਿਵੇਂ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਚੰਦਰਮਾ ਹੋਣ ਅਤੇ ਡਰੋਲੀ ਦੀਆਂ ਸਿੱਖ ਸੰਗਤਾਂ ਚਕੋਰਾਂ ਦੀ ਤਰ੍ਹਾਂ ਐਨ ਨਿਗਾਹ ਲਾ ਕੇ ਬੈਠੀਆਂ ਨੇ ਕਿ ਕਦੋਂ ਗੁਰੂ ਸਾਹਿਬ ਜੀ ਆਉਣ, ਕਦੋਂ ਦਰਸ਼ਨ ਹੋਣ। ਨਮੋ ਗ੍ਰੰਥ ਜੀ ਕਰ ਧਰ ਭਾਵਾ, ਪਿਕ ਚਰਨਾਰ ਬਿੰਦ ਉਤਲਾਵਾ। ਭਾਈ ਸਾਈਂ ਦਾਸ ਜੀ ਨੇ ਸਭ ਤੋਂ ਪਹਿਲੋਂ, ਕਿਉਂਕਿ ਸ੍ਰੀ ਗ੍ਰੰਥ ਸਾਹਿਬ ਜੀ ਦੀ ਸਵਾਰੀ ਸਭ ਤੋਂ ਅੱਗੇ ਸੀ, ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕੀਤੀ। ਫਿਰ ਸਤਿਗੁਰ ਦੇ ਚਰਨਾਂ 'ਤੇ ਬੜੇ ਪ੍ਰੇਮ ਅਤੇ ਭਾਵਨਾ ਨਾਲ ਸਿਰ ਰੱਖ ਕੇ ਉਤਾਵਲਾ ਹੋ ਕੇ ਮੱਥਾ ਟੇਕਿਆ। ਗਹਿ ਰਕਾਬ ਕੋ ਸਿਰ ਪਰ ਧਾਰੇ, ਆਨੰਦ ਨੀਰ ਲੋਚਨ ਕੋ ਡਾਰੇ। ਭਾਈ ਸਾਈਂ ਦਾਸ ਜੀ ਨੇ ਗੁਰੂ ਸਾਹਿਬ ਜੀ ਦੇ ਚਰਨ, ਜਿਹੜੇ ਰਕਾਬ ਦੇ ਵਿੱਚ ਚਰਨ ਸਨ, ਉਹ ਰਕਾਬ ਹੀ ਆਪਣੇ ਸਿਰ ਦੇ ਨਾਲ ਲਾਈ। ਮੱਥੇ ਨਾਲ ਲਾਉਂਦਾ, ਅੱਖਾਂ ਦੇ ਵਿੱਚੋਂ ਪ੍ਰੇਮ ਦਾ ਜਲ ਹੈ। ਜਨ ਸਨੇਹ ਆਰ ਆਤਮ ਗਿਆਨਾ, ਚਿਰ ਕੇ ਬਿਸਰੇ ਕੀਨ ਮਿਲਾਨਾ। ਕਿ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਹੈ ਜਿਵੇਂ ਕਿ ਮੰਨ ਲਓ ਸਨੇਹ, ਪ੍ਰੇਮ ਅਤੇ ਆਤਮ ਗਿਆਨ ਇਹ ਬੜੇ ਚਿਰਾਂ ਤੋਂ ਮਿਲੇ ਹੋਣ। ਕਿਉਂਕਿ ਇੱਕ ਪਾਸੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਜਿਹੜੇ ਆਤਮ ਗਿਆਨ ਦੇ ਦਾਤੇ ਨੇ, ਅਤੇ ਦੂਜੇ ਪਾਸੇ ਭਾਈ ਸਾਈਂ ਦਾਸ ਜੀ ਕਹਿ ਲਈਏ ਕਿ ਜਿਹੜੇ ਪ੍ਰੇਮ ਦੇ ਵਿੱਚ ਪੂਰੀ ਤਰ੍ਹਾਂ ਲੀਨ ਹੋਏ ਨੇ। ਇਹ ਪ੍ਰੇਮ ਅਤੇ ਆਤਮ ਗਿਆਨ ਦਾ ਜਿਵੇਂ ਬੜੇ ਸਮੇਂ ਤੋਂ ਬਾਅਦ ਅੱਜ ਮਿਲਾਪ ਹੋਇਆ। ਸਤਿਗੁਰ ਬੂਝੇ ਕੁਸ਼ਲ ਬਤਾਏ, ਡੇਰਾ ਕਰਿਓ ਸੁਭੱਟ ਸਮੁਦਾਈ। ਸਤਿਗੁਰੂ ਜੀ ਕਹਿੰਦੇ ਨੇ ਭਾਈ ਜੀ ਸਾਈਂ ਦਾਸ ਜੀ ਰਾਜੀ ਬਾਜੀ ਹੋ, ਆਨੰਦ ਵਿੱਚ ਹੋ। ਔਰ ਭਾਈ ਸਾਈਂ ਦਾਸ ਜੀ ਕਹਿੰਦੇ ਸਤਿਗੁਰੂ ਜੀ ਹੁਣ ਤੁਸੀਂ ਆ ਗਏ ਹੋ, ਆਨੰਦ ਹੀ ਆਨੰਦ ਹੈ, ਤੁਹਾਡੀ ਕਿਰਪਾ ਹੈ। ਉੱਥੇ ਡੇਰਾ ਕੀਤਾ ਗਿਆ, ਸਾਰੀਆਂ ਫੌਜਾਂ ਦਾ ਉਤਾਰਾ ਹੋਇਆ। ਤੀਨੋਂ ਗੁਰਪਤ ਨੇ ਜਬ ਦੇਖੇ, ਪਰਿਓ ਪਾਏ ਧਰ ਭਉ ਵਸੇਖੇ। ਫਿਰ ਭਾਈ ਸਾਈਂ ਦਾਸ ਜੀ ਨੇ ਤਿੰਨਾਂ ਮਾਤਾਵਾਂ ਨੂੰ ਦੇਖਿਆ, ਗੁਰੂ ਸਾਹਿਬ ਦੇ ਮਹਿਲਾਂ ਨੂੰ ਜਾ ਕੇ ਨਮਸਕਾਰ ਕੀਤੀ। ਅਪਰ ਸਗਲ ਗੁਰ ਕੇਰ ਨਾ ਜੇਕੇ, ਮਿਲਿਓ ਤਬੇ ਪੂਰੇ ਇਸ ਜੇਕੇ। ਹੋਰ ਸਾਰੇ ਗੁਰੂ ਸਾਹਿਬ ਦੇ ਜਿਹੜੇ ਨਜ਼ਦੀਕੀ ਸਨ, ਜਿਹੜੇ ਸਿੱਖ ਸਨ, ਭਾਈ ਸਾਈਂ ਦਾਸ ਨੇ ਜਥਾ ਜੋਗ ਸਾਰਿਆਂ ਨੂੰ ਮਿਲੇ। ਪਿੰਡ ਦੇ ਜਿਹੜੀ ਸੰਗਤ ਹੈ, ਹੋਰ ਸਿੱਖ ਨੇ, ਉਹਨਾਂ ਨੇ ਵੀ ਆ ਕੇ ਨਮਸਕਾਰਾਂ ਕੀਤੀਆਂ। ਤਿਮ ਰਾਮ ਮਿਲ ਮਸਤਕ ਟੇਕਾ, ਸਭ ਕੁਟੁੰਬ ਸਹਿ ਜਲਦ ਬਬੇਕਾ। ਇਸੇ ਤਰ੍ਹਾਂ ਬੀਬੀ ਰਾਮੋ ਨੇ ਸਭ ਤੋਂ ਪਹਿਲੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ, ਫਿਰ ਗੁਰੂ ਸਾਹਿਬ ਜੀ ਨੂੰ, ਫਿਰ ਗੁਰੂ ਕੇ ਮਹਿਲਾਂ ਨੂੰ ਵਾਰੀ ਵਾਰੀ ਮੱਥਾ ਟੇਕਿਆ ਹੈ। ਸੁੰਦਰ ਗਣ ਪ੍ਰਿਅੰਕਟ ਸਾਏ, ਉਜਲ ਆਸਤਰਣ ਸੋ ਛਾਏ। ਸਤਿਗੁਰੂ ਵਾਸਤੇ ਸੋਹਣਾ ਪਲੰਘ ਡਾਇਆ ਹੋਇਆ ਹੈ, ਸੋਹਣੇ ਉੱਤੇ ਬਸਤਰ ਵਿਛਾਏ ਨੇ। ਸੁੰਦਰ ਮੰਦਰ ਅੰਦਰ ਥਿਰੇ, ਸੈਨਾ ਵਹਿਰ ਸਿਵਰ ਬਹੁ ਕਰੇ। ਸਤਿਗੁਰੂ ਜੀ ਅਤੇ ਗੁਰੂ ਸਾਹਿਬ ਜੀ ਦਾ ਪਰਿਵਾਰ ਉਹ ਭਾਈ ਸਾਈਂ ਦਾਸ ਦੇ ਘਰ ਅੰਦਰ ਪਲੰਘ ਡਾਏ ਹੋਏ ਉੱਥੇ ਦੇ ਬਿਰਾਜਮਾਨ ਹੋਏ ਨੇ। ਬਾਕੀ ਸੈਨਾ ਸੇਵਕ ਜਿਹੜੇ ਨੇ ਬਾਹਰ ਵੱਡੇ ਵੱਡੇ ਸਿਵਰ ਲਾਏ, ਤੰਬੂ ਲਾਏ, ਉੱਥੇ ਉਹਨਾਂ ਦਾ ਟਿਕਾਣਾ ਕੀਤਾ ਗਿਆ। ਤੰਬੂ ਸ਼ਮਿਆਨੇ ਬਹੁਤਾਨੇ, ਗਾਡਿਓ ਝੰਡਾ ਉੱਚ ਮਹਾਨੇ। ਤੰਬੂ ਸ਼ਮਿਆਨੇ ਲਾ ਦਿੱਤੇ ਗਏ, ਇੱਕ ਉੱਚਾ ਝੰਡਾ ਜਿਹਨੂੰ ਅੱਜ ਆਪਾਂ ਨਿਸ਼ਾਨ ਸਾਹਿਬ ਕਹਿੰਦੇ, ਉਹ ਲਾ ਦਿੱਤਾ ਗਿਆ। ਜਥਾ ਜੋਗ ਉਤਰੇ ਸਮੁਦਾਇਆ, ਆਦਮ ਸੰਦਨ ਚੰਮੂ ਨਿਕਾਇਆ। ਜਥਾ ਜੋਗ ਸਭ ਦਾ ਉਤਾਰਾ ਹੋਇਆ, ਗੁਰੂ ਕੇ ਸਿੱਖ ਮਸੰਦ ਫੌਜਾਂ। ਜਥਾ ਸ਼ਕਤ ਦੰਪਤੀ ਹੁਲਾਸ, ਸੇਵਤ ਰਾਮੋ ਸਾਈਂ ਦਾਸ। ਔਰ ਭਾਈ ਸਾਈਂ ਦਾਸ, ਬੀਬੀ ਰਾਮੋ ਜੀ, ਜਥਾ ਜਗਤ ਸਭ ਦੀ ਸੇਵਾ ਬੜੇ ਪ੍ਰੇਮ ਦੇ ਨਾਲ ਕਰਦੇ ਨੇ, ਸਭ ਦੀ ਸਾਂਭ ਸੰਭਾਲ ਕੀਤੀ ਹੈ। ਅਧਿਕ ਪ੍ਰੇਮ ਤੇ ਅਸਨ ਬਣਾਇਓ, ਬੈਠ ਨਿਕਟ ਤਰ ਭਾਉ ਅਚਾਇਓ। ਔਰ ਬੀਬੀ ਰਾਮੋ ਜੀ ਨੇ ਬੜੇ ਪ੍ਰੇਮ ਦੇ ਨਾਲ ਅੱਜ ਲੰਗਰ ਤਿਆਰ ਆਪ ਨਾਲ ਹੋ ਕੇ ਕਰਵਾਇਆ। ਲੰਗਰ ਜਦੋਂ ਤਿਆਰ ਹੋਇਆ, ਫਿਰ ਕੋਲ ਬੈਠ ਕੇ ਸਤਿਗੁਰੂ ਜੀ ਨੂੰ ਆਪ ਛਕਾਇਆ। ਤਥਾ ਗੁਰ ਕੇ ਨੰਦਨ ਸਾਰੇ, ਧਰ ਆਨੰਦ ਅਚਵਾਏ ਆਹਾਰੇ। ਔਰ ਉਸੇ ਤਰ੍ਹਾਂ ਗੁਰੂ ਸਾਹਿਬ ਦੇ ਤਿੰਨੇ ਸਾਹਿਬਜ਼ਾਦੇ ਜਿਹੜੇ ਨਾਲ ਸਨ, ਉਹਨਾਂ ਨੂੰ ਬੜੇ ਪ੍ਰੇਮ ਦੇ ਨਾਲ ਭੋਜਨ ਛਕਾਇਆ ਗਿਆ।
ਪੁਨ ਰਾਮੋ ਪ੍ਰੀਤੀ ਬੜ ਧਾਰੀ, ਅੱਜ ਦਮੋਦਰੀ ਆਦਿਕ ਸਾਰੀ। ਮਾਤਾ ਦਮੋਦਰੀ ਜੀ ਸਾਰੀਆਂ ਮਾਤਾਵਾਂ ਨੇ ਪ੍ਰਸ਼ਾਦਾ ਜਦੋਂ ਛਕ ਲਿਆ ਹੈ, ਬੀਬੀ ਰਾਮੋ ਜੀ ਨੇ ਬੜੇ ਪ੍ਰੇਮ ਦੇ ਨਾਲ ਸਭ ਪ੍ਰਸ਼ਾਦਾ ਛਕਾਇਆ। ਕਹਿਓ ਗੁਰੂ ਸੁਣ ਸਾਈਂ ਦਾਸ, ਤੋਹੇ ਪ੍ਰੇਮ ਨੇ ਆਨੇ ਪਾਸ। ਪ੍ਰਸ਼ਾਦਾ ਛਕ ਲਿਆ, ਹੱਥ ਧੋਤੇ, ਸਤਿਗੁਰੂ ਜੀ ਨੇ ਫਿਰ ਵਚਨ ਕੀਤੇ। ਕਹਿੰਦੇ ਭਾਈ ਜੀ, ਸਾਈਂ ਦਾਸ ਜੀ, ਕਿ ਤੁਹਾਡੇ ਪ੍ਰੇਮ ਨੇ ਸਾਨੂੰ ਤੁਹਾਡੇ ਕੋਲ ਖਿੱਚ ਲੈਂਦਾ ਹੈ। ਨਿਤ ਚਿਤ ਸਿਮਰਤ ਹਾਥਨ ਜੋਰ, ਕਰਤ ਰਹਿਓ ਦਰਸ਼ਨ ਕੀ ਲੋਰ। ਕਿ ਭਾਈ ਜੀ ਤੁਸੀਂ ਤੇ ਨਿਤ ਇੱਥੇ ਚਿੱਤ ਵਿੱਚ ਸਿਮਰਨ ਕਰਦੇ ਸੋ, ਹੱਥ ਜੋੜ ਕੇ ਚਾਹਤ ਰੱਖਦੇ ਸੋ ਅਸੀਂ ਇੱਧਰ ਆਈਏ। ਔਰ ਤੁਹਾਡੀ ਇਹ ਯਾਦ ਸਾਡੇ ਅੰਦਰ ਵੀ ਇਸੇ ਤਰ੍ਹਾਂ ਚੱਲਦੀ ਸੀ। ਯਾਦ ਤੇ ਪਟ ਕਰ ਤੂੰ ਅਰਦਾਸ, ਕਰ ਤਿਆਰੀ ਆਏ ਪੁਰਿਆਸ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਭਾਈ ਜੀ ਤੁਹਾਡੀ ਚਿੱਠੀ ਪੜ੍ਹਦਿਆਂ ਨਾਲ ਅਸੀਂ ਉਸੇ ਵੇਲੇ ਤਿਆਰੀ ਕੀਤੀ ਅਤੇ ਇਸ ਪੂਰੀ ਇਸ ਨਗਰ ਵਿੱਚ ਆਏ। ਸਾਈਂ ਦਾਸ ਕਹਿਓ ਧਰ ਭਾਊ, ਇਹੀ ਆਪ ਕੋ ਸਹਿਜ ਸੁਭਾਊ। ਅਤੇ ਭਾਈ ਸਾਈਂ ਦਾਸ ਜੀ ਕਹਿੰਦੇ ਨੇ ਸਤਿਗੁਰੂ ਜੀ ਆਪ ਜੀ ਦਾ ਸੁਭਾਅ ਹੀ ਇਸੇ ਤਰ੍ਹਾਂ ਦਾ ਹੈ। ਪ੍ਰੇਮ ਦੇ ਨਾਲ ਕੋਈ ਵੀ ਕਿਤੇ ਵੀ ਯਾਦ ਕਰੇ ਅਤੇ ਆਪ ਜੀ ਆਪਣੇ ਸਿੱਖਾਂ ਦੀ, ਆਪਣੇ ਭਗਤਾਂ ਦੀ ਇਸੇ ਤਰ੍ਹਾਂ ਰੱਖਦੇ ਹੋ। ਰਾਜ ਸਮਾਜ ਛੋੜ ਗੋ ਗੁਰੂ ਰਾਈ, ਜਾਏ ਬਿਦਰ ਕੇ ਨਿਸਾ ਬਤਾਈ। ਸਤਿਗੁਰੂ ਜੀ ਜਿਵੇਂ ਕ੍ਰਿਸ਼ਨ ਜੀ ਨੇ ਰਾਜ ਭਾਗ ਛੋੜ ਕੇ, ਦੁਰਯੋਧਨ ਦਾ ਛੱਡ ਕੇ ਬਿਦਰ ਦੇ ਘਰ ਵਿੱਚ ਜਾ ਕੇ ਰਾਤ ਬਤੀਤ ਕੀਤੀ ਸੀ ਨਾ, ਬਿਨਾਂ ਲੂਣ ਤੋਂ ਸਾਗ ਵੀ ਖਾ ਲਿਆ ਸੀ। ਇਹ ਤਾਂ ਸ਼ੁਰੂ ਤੋਂ ਆਪ ਜੀ ਦਾ ਸੁਭਾਅ ਹੀ ਇਸੇ ਤਰ੍ਹਾਂ ਦਾ ਹੈ। ਆਪਣੇ ਭਗਤਾਂ ਦੇ, ਸੇਵਕਾਂ ਦੀ ਇਸੇ ਤਰ੍ਹਾਂ ਇੱਜ਼ਤ ਪੱਚ ਰੱਖਦੇ ਹੋ। ਬਸ ਦਾਸਨ ਕੇ ਸਦਾ ਗੁਸਾਈ, ਤੁਮਰੀ ਕਿਤ ਤੁਮ ਕੋ ਬਣਿਆਈ। ਭਾਈ ਸਾਈਂ ਦਾਸ ਜੀ ਕਹਿੰਦੇ ਨੇ ਸਤਿਗੁਰੂ ਜੀ ਤੁਸੀਂ ਸਦਾ ਹੀ ਪ੍ਰੇਮ ਕਰਨ ਵਾਲਿਆਂ ਦੇ ਵਸ ਵਿੱਚ ਰਹਿੰਦੇ ਹੋ। ਇਹ ਤੁਹਾਡੀ ਕਿਰਤ ਹੈ ਅਤੇ ਤੁਹਾਡੀ ਕਿਰਤ ਤੁਹਾਨੂੰ ਹੀ ਬਣਾਉਂਦੀ ਹੈ। ਅਪਰ ਨਹੀਂ ਸਮਤਾ ਕੋ ਧਰੈ, ਬਸ ਦੇਨਣ ਕੇ ਨਿਤ ਅਨੁਸਰੈ। ਅਤੇ ਸਤਿਗੁਰੂ ਜੀ ਹੋਰ ਕੋਈ ਆਪ ਜੀ ਦੀ ਬਰਾਬਰੀ ਕਰ ਵੀ ਨਹੀਂ ਸਕਦਾ। ਆਪ ਜੀ ਸਦਾ ਦੀਨਾਂ ਦੇ ਪਿਆਰ ਕਰਨ ਵਾਲਿਆਂ ਦੇ ਵਸ ਵਿੱਚ ਰਹਿੰਦੇ ਹੋ। ਔਰ ਇਹ ਆਪ ਜੀ ਦਾ ਮੁੱਢ ਕਦੀਮਾਂ ਤੋਂ ਜਿਹੜਾ ਸੁਭਾਅ ਹੈ। ਰਹਿਤ ਭਏ ਸਤਿਗੁਰੂ ਮਹਾਰਾਜ, ਸਦਾ ਸੁਧਾਰੇ ਸਿੱਖਣ ਕਾਜ। ਹੁਣ ਸਤਿਗੁਰੂ ਜੀ ਡਰੋਲੀ ਦੇ ਵਿੱਚ ਰਹਿਣ ਲੱਗ ਪਏ। ਆਪਣੇ ਸਿੱਖਾਂ ਦੇ ਹਮੇਸ਼ਾ ਹੀ ਹਰ ਰੋਜ਼ ਕਾਰਜ ਸੁਧਾਰਦੇ ਨੇ। ਕਬ ਕਬ ਵਹਿਰ ਅਖੇਰ ਸਿਧਾਵੈ, ਕਬਹੂ ਬੈਠ ਕਰ ਸਭਾ ਲਗਾਵੈ। ਕਦੇ ਕਦੇ ਸਤਿਗੁਰੂ ਜੀ ਬਾਹਰ ਸ਼ਿਕਾਰ ਖੇਡਣ ਵੀ ਜਾਂਦੇ ਨੇ। ਔਰ ਕਈ ਵਾਰੀ ਸਤਿਗੁਰੂ ਜੀ ਬੈਠ ਕੇ ਦੀਵਾਨ ਲਾਉਂਦੇ ਨੇ, ਸਭਾ ਲਾਉਂਦੇ ਨੇ। ਬਹੁਰ ਵਸੋਏ ਕਾ ਭਰ ਮੇਲਾ, ਸੁਣ ਸੁਧ ਗੁਰ ਕੇ ਭਇਓ ਸਕੇਲਾ। ਹੁਣ ਉੱਧਰੋਂ ਵਸੋਏ ਦਾ ਮੇਲਾ ਭਾਵ ਕਿ ਵਿਸਾਖੀ ਦਾ ਮੇਲਾ ਵੀ ਆ ਗਿਆ। ਕਿਉਂਕਿ ਗੁਰੂ ਕੇ ਸਿੱਖਾਂ ਨੇ ਖਬਰ ਸੁਣੀ ਕਿ ਸਤਿਗੁਰੂ ਜੀ ਭਾਈ ਦੀ ਡਰੋਲੀ ਪਹੁੰਚੇ ਨੇ। ਔਰ ਸਤਿਗੁਰੂ ਜੀ 15 ਚੇਤ ਤੋਂ ਤਿਆਰੀ ਕੀਤੀ ਸੀ, ਚੱਲੇ ਸਨ ਅਤੇ ਵਿਸਾਖੀ ਤੋਂ ਕੁਝ ਦਿਨ ਪਹਿਲੋਂ ਪਹੁੰਚ ਗਏ ਨੇ। ਇੱਧਰ ਹੁਣ ਵਿਸਾਖੀ ਦੀਆਂ ਤਿਆਰੀਆਂ ਹੁੰਦੀਆਂ ਨੇ। ਬਹੁ ਉਪਹਾਰਣ ਆਣ ਚੜਾਵੈ, ਬੰਦੇ ਚਰਨ ਦਰਸ ਕੋ ਪਾਵੈ। ਸਿੱਖ ਸੰਗਤਾਂ ਕਈ ਅੰਮ੍ਰਿਤਸਰ ਪਹੁੰਚੀਆਂ ਨੇ, ਇੱਥੋਂ ਖਬਰ ਮਿਲਦੀ ਹੈ, ਉੱਥੋਂ ਫਿਰ ਭਾਈ ਕੀ ਡਰੋਲੀ ਜਾਂਦੀਆਂ ਨੇ ਕਿ ਵਿਸਾਖੀ ਦੇ ਸਤਿਗੁਰੂ ਜੀ ਦੇ ਦਰਸ਼ਨ ਕਰਨੇ ਨੇ। ਔਰ ਬਹੁਤ ਸਾਰੀਆਂ ਆ ਕੇ ਭੇਟਾਵਾਂ ਅਰਪਣ ਕਰਦੀਆਂ ਨੇ, ਗੁਰੂ ਸਾਹਿਬ ਦੇ ਦਰਸ਼ਨ ਕਰਦੀਆਂ ਨੇ। ਗੁਰ ਟਿਕ ਬਸੇ ਲਾਭ ਕੋ ਜਾਣੈ, ਦਰਸੇ ਆਪਣ ਕਿਰਤਾਰਥ ਮੰਨੈ। ਗੁਰੂ ਸਾਹਿਬ ਜੀ ਦੇ ਨੇੜੇ ਰਹਿ ਕੇ ਜਿਹੜਾ 1 2 4 ਦਿਨ ਬਤੀਤ ਕਰਦੇ ਨੇ, ਉਹਨੂੰ ਸਿੱਖ ਆਪਣੇ ਲਈ ਜੀਵਨ ਲਈ ਲਾਭ ਸਮਝਦੇ ਨੇ ਕਿ ਇਸ ਤੋਂ ਵੱਡਾ ਲਾਭ, ਇਸ ਤੋਂ ਵੱਡਾ ਲਾਹਾ ਹੋਰ ਕੋਈ ਤੋਂ ਮਿਲਦਾ ਹੀ ਨਹੀਂ। ਗੁਰੂ ਸਾਹਿਬ ਦੇ ਦਰਸ਼ਨ ਕਰ ਕਰਕੇ ਸਾਰੇ ਕਿਰਤਾਰਥ ਹੁੰਦੇ ਨੇ। ਅਨਗਨ ਵਸਤੂ ਅਰਪੇ ਆਏ, ਨਰ ਨਾਰੀ ਹੋਏ ਸਮੁਦਾਏ। ਕਿ ਨਾਰੀ ਕੇ ਪੁਰਖ ਵੱਡੇ ਛੋਟੇ ਅਣਗਿਣਤੀ ਆਪਣੇ ਔਰ ਜਥਾ ਜੋਗ ਜਿਹੜੇ ਭੇਟਾ ਹੈ, ਉਹ ਕਈ ਤਰ੍ਹਾਂ ਦੇ ਕੀਮਤੀ ਉਪਹਾਰ ਗੁਰੂ ਸਾਹਿਬ ਨੂੰ ਆ ਕੇ ਅਰਪਣ ਕਰਦੇ ਨੇ। ਮਨੋ ਕਾਮਨਾ ਪਾਏ ਸਿਧਾਰੇ, ਨਿਸਾ ਤੀਨ ਗੁਰ ਨਿਕਟ ਗੁਜ਼ਾਰੇ।
ਕਈ ਆਉਂਦੇ ਨੇ, ਦਰਸ਼ਨ ਕਰਦੇ ਨੇ, ਭੇਟਾ ਅਰਪਣ ਕਰਦੇ ਨੇ, ਮਨੋਕਾਮਨਾ ਪੂਰੀਆਂ ਹੁੰਦੀਆਂ ਨੇ। ਮੱਥਾ ਟੇਕਦੇ ਨੇ, ਕੁਝ ਸਮਾਂ ਬੈਠਦੇ ਨੇ, ਚਲੇ ਜਾਂਦੇ ਨੇ। ਕੁਝ ਸਿੱਖ ਨੇ ਨਿਸਾ ਤੀਨ ਗੁਰ ਨਿਕਟ ਗੁਜ਼ਾਰੇ, ਕਿ 3 ਰਾਤਾਂ ਗੁਰੂ ਸਾਹਿਬ ਦੇ ਕੋਲ ਰਹਿ ਕੇ ਸਾਈਂ ਕੀ ਡਰੋਲੀ ਵਿੱਚ ਬਤੀਤ ਕਰਦੇ ਨੇ। ਸੋ ਜਸ ਕਰਤੇ ਆਪਣੇ ਗ੍ਰਹਿ ਗਏ, ਸਤਿਗੁਰੂ ਤਹਾਂ ਬਿਰਾਜਤ ਭਏ। ਕਿਉਂਕਿ 3 ਦਿਨ ਦਾ ਖਾਸ ਕਰਕੇ ਵਿਸਾਖੀ ਦਾ ਮੇਲਾ ਸੀ। 3 ਰਾਤਾਂ ਸਿੱਖ ਜਿਹੜੇ ਇੱਥੇ ਬਤੀਤ ਕਰਕੇ ਗਏ, ਵਾਪਸ ਘਰਾਂ ਨੂੰ ਗਏ, ਗੁਰੂ ਸਾਹਿਬ ਦੇ ਜਸ ਨੂੰ ਗਾਉਂਦੇ ਹੀ ਜਾਂਦੇ ਨੇ। ਅਤੇ ਨਾਲ ਨਾਲ ਭਾਈ ਸਾਈਂ ਦਾਸ ਨੂੰ ਵੀ ਧੰਨ ਕਹਿੰਦੇ ਨੇ ਕਿ ਸਾਈਂ ਦਾਸ ਨੇ ਇੰਨੀ ਸੇਵਾ ਕੀਤੀ। ਇੱਥੇ ਕਵੀ ਸੰਤੋਖ ਸਿੰਘ ਜੀ ਨੇ ਇਹ ਅਧਿਆਇ ਖਤਮ ਕੀਤਾ ਹੈ। ਅਧਿਆਇ ਨੰਬਰ 18 ਇੱਥੋਂ ਸ਼ੁਰੂ ਕਰਦੇ ਹਾਂ, ਫਿਰ ਲਿਖਦੇ ਨੇ। ਦੋਹਰਾ ਬਸਤ ਡਰੋਲੇ ਗ੍ਰਾਮ ਮੈਂ ਹੈ, ਕਿੰਨੇ ਅਣਕ ਬਿਲਾਸ। ਏਕ ਗਾਥ ਹੋਏ ਜਥਾ, ਸੁਣੋ ਤਥਾ ਸੁਖ ਰਾਸ। ਅਗਲਾ ਅਧਿਆਇ ਸ਼ੁਰੂ ਕਰਦੇ ਹਾਂ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਜੀ ਨੇ ਭਾਈ ਕੀ ਡਰੋਲੀ ਵਿੱਚ ਰਹਿ ਕੇ ਕਈ ਤਰ੍ਹਾਂ ਦੇ ਆਨੰਦ ਵਿਲਾਸ ਕੀਤੇ। ਔਰ ਇੱਥੇ ਭਾਈ ਕੀ ਡਰੋਲੀ ਇੱਕ ਗਾਥਾ ਹੋਈ, ਅਤੇ ਉਹ ਜਿਹੜੀ ਕਥਾ ਹੈ ਸੁੱਖਾਂ ਦੀ ਰਾਸ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਉਹ ਕਥਾ ਸੁਣੋ। ਘਰ ਵੱਡੇ ਇੱਕ ਗ੍ਰਾਮ ਮਹਿ, ਗੁਰਸਿੱਖ ਬਸੇ ਤਿਖਾਨ। ਕਹਿੰਦੇ ਵੱਡੇ ਘਰ ਪਿੰਡ ਦਾ ਨਾਂ ਹੈ। ਵੱਡੇ ਘਰ ਪਿੰਡ ਦੇ ਵਿੱਚ ਇੱਕ ਗੁਰੂ ਦਾ ਸਿੱਖ ਰਹਿੰਦਾ, ਜਿਹੜਾ ਤਰਖਾਣ ਹੈ, ਜਿਹੜਾ ਲੱਕੜ ਦਾ ਕੰਮ ਕਰਦਾ ਹੈ। ਰਾਮਦਾਸ ਸਤਿਗੁਰ ਤੇ ਸਿੱਖੇ ਧਰੇ ਮਹਾਨ। ਔਰ ਇਹ ਸਿੱਖ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਵੇਲੇ ਦਾ ਸਿੱਖ ਬਣਿਆ ਹੋਇਆ ਹੈ। ਗੁਰੂ ਸਾਹਿਬ ਦੇ ਚਰਨਾਂ 'ਚੋਂ ਸਿੱਖੀ ਲਈ। ਛਟੇ ਮਾਸ ਦਰਸ਼ਨ ਕੋ ਜਾਏ, ਜਥਾ ਸ਼ਕਤ ਧਨ ਭੇਟ ਚੜਾਏ। ਔਰ ਧੰਨ ਗੁਰੂ ਰਾਮਦਾਸ ਵੇਲੇ 'ਤੇ ਤੂੰ ਜਦੋਂ ਤੂੰ ਸਿੱਖ ਬਣਿਆ, ਉਦੋਂ ਤੈਨੇ ਨੇਮ ਬਣਾਇਆ ਸੀ ਕਿ ਦੂਰ ਹੋਣ ਕਰਕੇ ਜ਼ਿਆਦਾ ਨਹੀਂ ਤਾਂ 6 ਮਹੀਨਿਆਂ ਤੋਂ ਬਾਅਦ ਸਤਿਗੁਰ ਦੇ ਚਰਨਾਂ 'ਚ ਜਾਣਾ ਹੀ ਹੈ। ਦਸਵੰਧ ਦੀ ਮਾਇਆ ਲੈ ਕੇ ਜਾਣੀ, ਔਰ 6 ਮਹੀਨਿਆਂ ਤੋਂ ਬਾਅਦ ਜਾ ਕੇ ਦਰਸ਼ਨ ਕਰਨੇ, ਕੁਝ ਦਿਨ ਰਹਿ ਕੇ ਸੇਵਾ ਕਰਨੀ। ਸੁਣੇ ਪ੍ਰੇਮ ਕਰ ਗੁਰ ਕੀ ਬਾਣੀ, ਧਰਮ ਕਿਰਤ ਕਰ ਬਨਹਿ ਸੋਦਾਨੀ। ਸਤਿਗੁਰੂ ਜੀ ਦੀ ਬਾਣੀ ਬੜੇ ਪ੍ਰੇਮ ਨਾਲ ਸਿੱਖ ਸੁਣਦਾ ਹੈ ਅਤੇ ਧਰਮ ਦੀ ਕਿਰਤ ਕਰਦਾ। ਉਹਦੇ ਵਿੱਚੋਂ ਦਸਵੰਧ ਜਿਹੜਾ ਉਹ ਦਾਨ ਵੀ ਕੱਢਦਾ ਹੈ, ਦਾਨ ਵੀ ਕਰਦਾ ਹੈ। ਗੁਰੂ ਸਾਹਿਬ ਦੇ ਲਈ ਦਸਵੰਧ ਵੀ ਕੱਢ ਕੇ ਰੱਖਦਾ ਹੈ। ਭਾਉ ਔਰ ਬਿਕੈ ਭਾਉ ਕੋ ਧਾਰੈ, ਸਤਿਗੁਰੂ ਮਹਿਮਾ ਅਧਿਕ ਉਚਾਰੈ। ਇਹ ਆਪਣੇ ਹਿਰਦੇ ਦੇ ਅੰਦਰ ਪ੍ਰੇਮ ਨੂੰ ਧਾਰਨ ਕਰਦਾ। ਗੁਰੂ ਸਾਹਿਬ ਦੀ ਮਹਿਮਾ ਹਰ ਕਿਸੇ ਨੂੰ ਸੁਣਾਉਂਦਾ ਹੈ। ਸ੍ਰੀ ਅਰਜਨ ਕੋ ਸੇਵਤ ਰਹਿਓ, ਬਪ ਬਹੁ ਬਰਖਣ ਬੈ ਨਿਰਭਇਓ। ਧੰਨ ਗੁਰੂ ਰਾਮਦਾਸ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਵੀ ਸੇਵਾ ਕਰਦਾ ਰਿਹਾ। ਕਿਉਂਕਿ ਸਰੀਰ ਇਹਦਾ ਜਿਹੜਾ ਸੀ ਹੁਣ ਬਜ਼ੁਰਗ ਹੋ ਗਿਆ। ਆਕਲ ਕਹੇ ਤਾਹੇ ਕੋ ਨਾਮੂ, ਮਨ ਕੋ ਗੁਰਮਤਿ ਮਹਿ ਅਬਿਰਾਮੂ। ਅਤੇ ਇਸ ਸਿੱਖ ਦਾ ਨਾਂ ਸੀ ਭਾਈ ਆਕਲ। ਗੁਰਮਤਿ ਦੇ ਵਿੱਚ ਮਨ ਪੂਰਾ ਪੱਕਾ ਸੀ, ਟਿਕਿਆ ਹੋਇਆ ਸੀ। ਤਿਸ ਕੇ ਗ੍ਰਹਿ ਨਿਪਜੀ ਇੱਕ ਕੰਨਿਆ, ਪੂਰਬ ਜਨਮ ਪੁੰਨ ਕੀ ਧੰਨਿਆ। ਕਹਿੰਦੇ ਇਸ ਭਾਈ ਆਕਲ ਦੇ ਘਰ ਇੱਕ ਧੀ ਦਾ ਜਨਮ ਹੋਇਆ, ਅਤੇ ਇਹ ਧੀ ਜਿਹੜੀ ਸੀ ਪੂਰਬਲੇ ਪਿਛਲੇ ਜਨਮਾਂ ਦੇ ਨੇ ਕਿਤੇ ਵੱਡੇ ਪੁੰਨ ਸਨ ਕਿ ਜਿਹੜੀ ਇਸ ਘਰ ਦੇ ਵਿੱਚ ਆਈ ਹੈ। ਇਹ ਧੀ ਬੜੇ ਵੱਡੇ ਭਾਗਾਂ ਵਾਲੀ ਹੈ। ਸਪਤ ਬਰਖ ਜਬ ਆਕੁਲ ਜਾਨੀ, ਕਿਤ ਸੰਬੰਧ ਕਰੋ ਮਨ ਠਾਨੀ। ਔਰ ਸਰੀਰ ਦੇ ਕਹਿ ਲਈਏ ਕਿ ਪਿਛਲੇ ਸਮੇਂ 'ਚ ਜਾ ਕੇ ਜਨਮ ਹੋਇਆ ਧੀ ਦਾ। ਬਾਪ ਜਿਹੜਾ ਭਾਈ ਆਕਲ ਜੀ ਬਜ਼ੁਰਗ ਹੈ। ਇਹ ਧੀ ਜਿਹੜੀ ਜਦੋਂ 7 ਕੁ ਸਾਲ ਦੀ ਹੋਈ, ਹੁਣ ਭਾਈ ਆਕਲ ਨੇ ਸੋਚਿਆ ਕਿ ਕਿਤੇ ਨਾ ਕਿਤੇ ਕੋਈ ਘਰ ਲੱਭੀਏ, ਰਿਸ਼ਤਾ ਕਰੀਏ। ਕਿਉਂਕਿ ਸਮੇਂ ਐਸੇ ਸਨ, ਛੋਟੀ ਉਮਰ ਦੇ ਵਿੱਚ ਰਿਸ਼ਤੇ ਹੋ ਜਾਂਦੇ ਸਨ। 10, 12 ਸਾਲ 13 ਸਾਲ ਦੀ ਉਮਰ ਦੇ ਵਿੱਚ ਜਾ ਕੇ ਵਿਆਹ ਵੀ ਹੋ ਜਾਂਦੇ ਸਨ। ਦਿਜ ਬੁਲਾਏ ਕਰ ਦਇਓ ਪਠਾਏ, ਕਰ ਸ਼ੁਭ ਥਲ ਮਮ ਸੁਤਾ ਸਗਾਈ। ਅਤੇ ਉਦੋਂ ਰਿਸ਼ਤੇ ਵੀ ਆਮ ਜਾਂ ਬ੍ਰਾਹਮਣ
ਤੇ ਜਾਂ ਲਾਗੀ ਕਰਦੇ ਸਨ ਕਿ ਲਾਗੀ ਨੂੰ ਉਦੋਂ ਬੁਲਾਇਆ ਗਿਆ ਜਿਹੜਾ ਬ੍ਰਾਹਮਣ ਹੈ, ਉਹਨੂੰ ਕਹਿ ਦਿੱਤਾ ਗਿਆ ਕਿ ਧੀ ਦਾ ਕੋਈ ਰਿਸ਼ਤਾ ਲੱਭੋ। ਫਿਰਿਓ ਕਿਤਕ ਥਲ ਮਿਲਿਓ ਨਾ ਹਾਣੀ, ਖੋਜ ਤੇ ਆਇਓ ਪੁਰ ਤੁਕਲਾਣੀ। ਹੁਣ ਇਹ ਜਿਹੜਾ ਲਾਗੀ ਸੀ ਕਈਆਂ ਥਾਵਾਂ 'ਤੇ ਫਿਰਿਆ, ਕਈ ਪਿੰਡਾਂ ਦੇ ਵਿੱਚ ਗਿਆ, ਪਰ ਹਾਣ ਦਾ ਰਿਸ਼ਤਾ ਨਹੀਂ ਮਿਲਿਆ, ਕਿਉਂਕਿ ਹਾਣ ਉਮਰ ਵੀ ਉਸ ਹਿਸਾਬ ਨਾਲ ਹੋਵੇ ਅਤੇ ਹਾਣ ਦਾ ਭਾਵ ਹੈ ਕਿ ਘਰ ਵੀ ਉਵੇਂ ਦਾ ਹੋਏ। ਇਹ ਵੇਖਦੇ ਹੁੰਦੇ ਸਨ ਕਿ ਬਰਾਬਰ ਦਾ ਘਰ ਹੋਵੇ। ਫਿਰ ਉਹ ਸਮੇਂ ਦੇ ਵਿੱਚ ਜਾਤ ਪਾਤ ਦਾ ਵੀ ਬੜਾ ਕੀਤਾ ਜਾਂਦਾ ਸੀ ਕਿ ਇਹੀ ਜਾਤ ਹੋਵੇ, ਇਸੇ ਤਰ੍ਹਾਂ ਦਾ ਘਰ ਹੋਵੇ। ਕਈਆਂ ਪਿੰਡਾਂ ਦੇ ਵਿੱਚੋਂ ਲੱਭਦਾ ਹੋਇਆ ਤੁਕਲਾਣੀ ਪਿੰਡ ਆਇਆ ਹੈ। ਬੂਝਤ ਘਰ ਤੇ ਖਾਣ ਕੇ ਗਇਓ, ਸਮਤਾ ਮਹਿ ਨੇਕੇ ਭਿਖ ਲਿਓ। ਇਹ ਤੁਕਲਾਣੀ ਪੁੱਛਦਾ ਪੁੱਛਿਆ ਤੇ ਇੱਕ ਤਰਖਾਣ ਦੇ ਘਰ ਹੀ ਪਹੁੰਚ ਗਿਆ। ਬਸ ਇਹਨੇ ਸਮਝਿਆ ਕਿ ਉਹ ਵੀ ਤਰਖਾਣ, ਇਹ ਵੀ ਤਰਖਾਣ, ਲੱਕੜ ਦੇ ਕੰਮ ਉਹ ਕਰਦਾ, ਲੱਕੜ ਦੇ ਇਹ ਕਰਦਾ। ਇਹਨੇ ਸਮਝ ਲਿਆ ਕਿ ਇਹ ਰਿਸ਼ਤਾ ਬਰਾਬਰ ਦਾ ਹੈ। ਕਹਿਓ ਸੰਬੰਧ ਕਰਨ ਕੋ ਜਬੈ, ਸਾਦਾ ਨਾਮ ਸੋ ਖਾਤੀ ਤਬੈ। ਕਹਿੰਦੇ ਜਦੋਂ ਲਾਗੇ ਨੇ ਕਿਹਾ ਕਿ ਮੈਂ ਰਿਸ਼ਤਾ ਲੈ ਕੇ ਆਇਆ, ਉਹ ਵੀ ਤਰਖਾਣ ਹੈ ਅਤੇ ਇਸ ਤਰਖਾਣ ਦਾ ਨਾਮ ਵੀ ਭਾਈ ਸਾਦਾ ਸੀ। ਸਨਮਾਨਿਓ ਸੇਵਾ ਸਭ ਠਾਨੇ, ਨਿਸ ਬਸਾਏ ਕਰ ਗਾਥ ਬਖਾਨੀ। ਕਹਿੰਦੇ ਘਰਦਿਆਂ ਨੇ ਬੜਾ ਸਨਮਾਨ ਕੀਤਾ, ਰਾਤ ਲੰਗਰ ਪਾਣੀ ਛਕਾਇਆ, ਬੜੀ ਸੇਵਾ ਕੀਤੀ ਅਤੇ ਆਪਣੇ ਘਰ ਰੱਖ ਕੇ ਨਾਲੇ ਸਾਰੀ ਗੱਲਬਾਤ ਵੀ ਕੀਤੀ ਗਈ। ਭਲੋ ਮਹੂਰਤ ਤਬੇ ਸੁਧਾਏ, ਤਿਸ ਕੋ ਸੁਤ ਸਾਧੂ ਬੈਠਾਏ। ਹੁਣ ਜਿਹਦੇ ਪੁੱਤਰ ਦੇ ਨਾਲ ਰਿਸ਼ਤਾ ਹੋਇਆ ਉਹਦਾ ਨਾਂ ਸਾਧਾ ਹੈ ਅਤੇ ਪੁੱਤ ਦਾ ਨਾਂ ਜਿਹੜਾ ਉਹ ਸਾਧੂ ਹੈ। ਸਾਧਾ ਅਤੇ ਸਾਧੂ। ਕਹਿੰਦੇ ਉਦੋਂ ਸਾਧੂ ਨੂੰ ਕੋਲ ਬਿਠਾਇਆ ਗਿਆ। ਇਹ ਜਿਹੜਾ ਸ਼ਵਾਰਾ ਲਾਉਣਾ ਸੀ ਲਾ ਦਿੱਤਾ ਗਿਆ। ਇਹ ਕਹਿ ਦੇ ਕਿ ਰਿਸ਼ਤਾ ਪੱਕਾ ਹੋ ਗਿਆ। ਕਾੜ ਤਿਲਕ ਕੁਲ ਰਿਤ ਕਰਾਏ, ਪੁਨ ਆਕਲ ਕੋ ਆਣ ਸੁਣਾਈ। ਉਸ ਵੇਲੇ ਰਿਸ਼ਤਾ ਕਰਨ ਦੀ ਜਿਹੜੀ ਕੋਈ ਰੀਤ ਹੁੰਦੀ ਸੀ ਉਹ ਕੀਤੀ ਗਈ। ਇਹ ਲਾਗੇ ਨੇ ਭਾਈ ਆਕਲ ਨੂੰ ਆ ਕੇ ਸਾਰੀ ਗੱਲ ਦੱਸ ਦਿੱਤੀ ਕਿ ਤੇਰੀ ਧੀ ਦਾ ਰਿਸ਼ਤਾ ਪੱਕਾ ਕਰ ਆਇਆ। ਪੁਰ ਤੁਕਲਾਣੀ ਮਹਿ ਸੁਭ ਧਾਮ, ਭਲੇ ਜਾਤ ਮੈਂ ਸਾਦਾ ਨਾਮ। ਇਹ ਲਾਗੇ ਦੱਸਦਾ ਕਿ ਭਾਈ ਆਕਲ ਜੀ ਤੁਕਲਾਣੀਪੁਰ ਪਿੰਡ ਹੈ ਕਿ ਉੱਥੇ ਭਾਈ ਸਾਦਾ ਬੜਾ ਭਲਾ, ਜਿਹੜਾ ਉਹ ਵੀ ਤਰਖਾਣ ਹੈ, ਤੇਰੇ ਵਾਂਗੂ ਲੱਕੜ ਦੇ ਕੰਮ ਕਰਦਾ ਹੈ। ਤਿਸ ਕੋ ਸੁਤ ਸਾਧੂ ਬੈ ਬਾਲਾ, ਕਰਿਓ ਸੰਬੰਧ ਬਹੁਤ ਥਲ ਭਾਲਾ। ਕਹਿੰਦੇ ਉਹਦਾ ਪੁੱਤਰ ਹੈ ਜਿਹਦਾ ਨਾਂ ਸਾਧੂ ਹੈ, ਬਾਲ ਉਮਰ ਹੈ, 10 ਕੁ ਸਾਲ ਦੀ ਉਮਰ ਹੈ। ਕਹਿੰਦੇ ਮੈਂ ਬੜੀਆਂ ਥਾਵਾਂ 'ਤੇ ਖੋਜਿਆ, ਲੱਭਿਆ, ਪਰ ਉਹ ਘਰ ਮੈਨੂੰ ਚੰਗਾ ਲੱਗਿਆ ਅਤੇ ਮੈਂ ਤੇਰੀ ਧੀ ਦਾ ਰਿਸ਼ਤਾ ਉੱਥੇ ਪੱਕਾ ਕਰ ਆਇਆ। ਸੁਣ ਆਕਲ ਨੇ ਬੂਝਣ ਕਰਿਓ, ਗੁਰ ਕੋ ਸਿੱਖ ਕੇ ਨਹੀਂ ਨਹਰਿਓ। ਹੁਣ ਜਿਹੜਾ ਗੁਰੂ ਕਾ ਸਿੱਖ ਉਹਨੇ ਸਭ ਤੋਂ ਪਹਿਲਾਂ ਤਾਂ ਗੱਲ ਇਹ ਵੇਖਣੀ ਹੁੰਦੀ ਹੈ ਨਾ ਵੀ ਜਿੱਥੇ ਰਿਸ਼ਤਾ ਕਰਨਾ ਹੈ ਉਹ ਗੁਰੂ ਕਾ ਸਿੱਖ ਹੈ ਵੀ ਕਿ ਨਹੀਂ। ਦੇਖੋ ਭਾਵੇਂ ਹੁਣ ਵੇਖਿਆ ਜਾਂਦਾ ਕਿ ਅੱਗੇ ਕੋਈ ਪੈਸਾ ਹੈ ਕਿ ਨਹੀਂ, ਜ਼ਮੀਨ ਹੈ ਕਿ ਨਹੀਂ, ਨੌਕਰੀ ਸਰਕਾਰੀ ਹੈ ਕਿ ਨਹੀਂ, ਸਿੱਖੀ ਹੋਵੇ ਨਾ ਹੋਵੇ ਉਹ ਨਹੀਂ, ਉਹਦੇ 'ਚ ਕੋਈ ਗੁਣ ਹੋਵੇ ਨਾ ਹੋਵੇ ਉਹ ਨਹੀਂ, ਬਸ ਇਹ ਦੇਖਣਾ ਕਿ ਪੈਸਾ ਕਿੰਨਾ ਕੁ ਹੈ। ਪਰ ਭਾਈ ਆਕਲ ਨੇ ਪੁੱਛਿਆ ਕਿ ਇਹ ਦੱਸ ਕਿ ਉਹ ਸਿੱਖ ਹੀ ਨੇ, ਸਿੱਖ ਪਰਿਵਾਰ ਦੇ ਵਿੱਚ ਰਿਸ਼ਤਾ ਕਰਕੇ ਆਏ ਹੈ। ਵਿਪਰ ਕਰੈ ਮੈਂ ਨਹੀਂ ਵਿਚਾਰਾ, ਨੀਕੋ ਏਕ ਨਿਕੇਤ ਨਿਹਾਰਾ। ਹੁਣ ਜਿਹੜਾ ਲਾਗੇ ਸੀ ਕਹਿੰਦਾ ਤੇ ਮੈਂ ਪੁੱਛੇ ਨਹੀਂ, ਨਾ ਵਿਚਾਰ ਕੀਤੀ, ਕਿ ਉਹ ਕਿਹਦੇ ਸਿੱਖ ਨੇ, ਗੁਰੂ ਦੇ ਸਿੱਖ ਨੇ, ਕਿਹਨੂੰ ਮੰਨਦੇ ਨੇ ਕਿਹਨੂੰ ਨਹੀਂ। ਬਸ ਮੈਂ ਤਾਂ ਚੰਗਾ ਜਿਹਾ ਘਰ ਵੇਖਿਆ ਕਿ ਉਹ ਵੀ ਤਰਖਾਣ, ਤੁਸੀਂ ਵੀ ਤਰਖਾਣ, ਇੱਕੋ ਜਿਹਾ ਘਰ ਹੈ। ਪਛਤਾਇਓ ਬਸ ਚਲਿਓ ਨਾ ਫੇਰ, ਬੀਤੇ ਕਿਤਕ ਬਰਕ ਪੁੰਨ ਹੇਰ। ਕਹਿੰਦੇ ਭਾਈ ਆਕਲ ਉਸ ਵੇਲੇ ਫਿਰ ਪਛਤਾਇਆ ਵੀ ਇਹ ਤਾਂ ਗੱਲ ਪਹਿਲੋਂ ਪੁੱਛਣੀ ਸੀ, ਪਰ ਵਸ ਨਹੀਂ ਚੱਲਿਆ, ਕਿਉਂਕਿ ਸਮਾਂ ਐਸਾ ਸੀ ਕਿ ਜਿੱਥੇ ਰਿਸ਼ਤਾ ਹੋ ਗਿਆ ਹੋ ਗਿਆ। ਸਮਝਦੇ ਸਨ ਇੱਕ ਥਾਂ ਤੋਂ ਰਿਸ਼ਤਾ ਕਰਕੇ ਵਾਪਸ ਮੋੜਨਾ ਬੜਾ ਹੀ ਮਾੜਾ। ਹੁਣ ਤਾਂ ਖੈਰ ਵਿਆਹ ਤੋਂ ਬਾਅਦ ਵੀ
रिश्ते तो टुट जाते हैं। पर वो समा से कि जिथे कर दिता लाग ही करके आया है, पछताया तो नाले कहता घट्टो घट पुछ तो लेंदो कौन ने कि किहड़े गुरु के सिख ने, गुरु के सिख है भी कि नहीं। गुर को रहो आराधत सदा, करो संबंधी सिख जद कदा। कहते कई साल लंघ के रिश्ता करन तो बाद ते भाई आकल गुरु साहब जी नूं हर वेले सिमरन करता होया हर रोज़ अरदास यही करता है कि करो संबंधी सिख जद कदा, कि जदों भी मैं किते धी दा संबंध करा सतगुरु जी कृपा करो वो आप जी दे सिख ही होण, जे नहीं भी तो आप जी दे सिख बन जाण। हिम आकुल चिंता बस होवा, समय सो ब्याह करन को जोवा कई साल लंघे। कहते भाई आकल जी नाले रोज़ अरदास बेनती करता, नाले कुछ चिंता विच भी रहिंदा। हुण विआह दा समा नेड़े आ गया। लिख कर पाते दई पठाए, पिक साधे आनंद उपजाए। भाई आकल ने चिट्ठी लिख के भेज दी कि भाई इन्हें बराती लैके आ जाओ। भाई साधा जी चिट्ठी पढ़ के बड़ा खुश है। सेवक सरवर को नित सोई, सदन मकाम करो रत होई। पर यह जड़ा साधा सी ये सिख ने से असल में सखी सरवरीए का चेला सी। घर दे विच उनदी कबर भी बनाई हुई सी, मड़ी नूं पत्थर नूं मत्था टेकदा सी कि वीरवार वाले दिन मिठा रोट बनाउणा, उत्थे जाके पहलों भोग लाउणा ते फिर आप खाना। साधु सुत को मात टिकावा, करियो रोट सब रीत मनावा। हुण जदों विआह की तैयारी की गई, कहते भाई साधे ने अपने साधु पुत्र नूं सब तो पहलों उस सबाब ते मड़ी दे उत्ते मत्था टिकाया, उत्थे मिठे रोट नूं जाके भोग लवाया गया। बड़े ग्रहे ब्याहन पुन गयो, जाए टकाओ भले बिद कयो। फिर वड्डे पिंड विआउण वास्ते गया, भली प्रकार जाके उत्थे बरात का टुका किया गया। आकुल साधे मिलने कीन, जथा शक्त दे कीरत लेन। भाई आकल ने मिलने की बड़ा सत्कार दिता। साधु को दीने तब फेरे, जथा जोग कर रित भलेरे। कहते साधु के नाल अपनी धी का विआह किया, फेरे हो गए। उस वेले जी जो रित से की गई। खाण पाण दे कर सन्माने, 3 दिवस राखे सुख ठाने। बरातियां नूं खाण पान लई दिता गया और 3 दिन उत्थे बरात लई। भाई आकुल जी ने बड़ी रज के सेवा की। पुण आकल ने भले पछाने, यह सरवर की सेवा ठाने। हुण 3 दिनों विच ते पता लग ही जाता जी कि किनू मनते ने कौन ने। भाई आकुल जी ने चंगी तरह इन्हों पछाण लिया कि ये तो किसी पीर दे सखी सरवर दे चेले लगते ने, ये गुरु के सिख नहीं। लोक जात के पिक समुदाय, नह बोलियो मन बहु पछताए। पर हुण विआह हो चुकिया सी, पता लग गया। पर लोकां तो हुण शर्म भी आउंदी है कि किसी दे विच की कवां की बोला, धी नहीं तोरनी। पर भाई आकुल जी उत्थे चुप रहे, पर मन दे विच अरदास बेनती करते हैं, पछतावा भी सतगुरु जी कृपा करियो, मेरी धी की जिहड़ी सिक्खी है वो निभ जे, वो कायम रहे। अपन सुता सो सकल बखानी, तो वह ससुरार अह सुल्तानी। पर भाई आकुल ने अपनी धी नूं सारी गल दस दी, समझा भी दी कि धीए देख मैनू नहीं सी पता, पर जिहड़े घर तैनूं विआह के भेजना है वो गुरु के सिख नहीं, वो सखी सरवरीए दे चेले ने। तैन है मानो कहे कदाई, सतगुरु को मानो मन लाई। पर धीए देख जाके तू उस कवर ते कभी मत्था नहीं टेकना, भावें कहंदे भी रहना। एक सतगुरु तो बिना असी होर किसी नूं नहीं मनना कि असी गुरु ते सिख हाँ। भई दुख तबहो आकल तनिया, हृदय बसूरत सिर को तुनिया। हुण ये सुन के भाई आकुल दी धी जिहड़ी दुखी हुई, मत्थे ते हत्थ भी मारिया कि बापू जे रिश्ता लभना ही सी तो पहलों घट्टो घट जिन्हों भेजा सी कह के भेज दिंदा।
पर ਧੀ ਜਿਹੜੀ ਸੀ ਸਿਆਣੀ ਸੀ, ਬੋਲੀ ਨਹੀਂ, ਮੱਥੇ ਤੇ ਹੱਥ ਜ਼ਰੂਰ ਮਾਰਿਆ। ਨਹਿ ਬਸ ਚੱਲੇ ਸਹਿਓ ਦੁਖ ਉਰ ਮੈਂ ਸਿੱਖ ਸੁੱਤਾ ਸਰਵਰੀ ਘਰ ਮੈਂ। ਪਰ ਦੁਖੀ ਹੋਈ ਰੋ ਪਈ ਕਿ ਮੈਂ ਗੁਰੂ ਦੀ ਸਿੱਖ, ਤੇ ਜਿਹੜੇ ਘਰ ਵਿੱਚ ਚੱਲੀ ਉਹ ਸਰਵਰੀਆਂ ਦਾ ਘਰ, ਉਹਦੇ ਚੇਲਿਆਂ ਦਾ ਘਰ। ਕਰੇ ਵਿਸਰਜਨ ਰੁੱਦਤ ਵਿਸਾਲਾ, ਪੁੱਤਰ ਸਨੂਖਾ ਲੈ ਤਬ ਚਾਲਾ। ਉਹ ਤੋਂ ਕਹਿੰਦੇ ਵਿਦਿਆ ਕੀਤਾ ਧੀ ਨੂੰ, ਪਰ ਉਹ ਬੜੀ ਰੋਈ। ਇੱਕ ਤੇ ਮਾਂ ਪਿਓ ਦਾ ਘਰ ਛੱਡ ਕੇ ਜਾਣਾ ਸੀ, ਤੇ ਦੂਜਾ ਰੋਣਾ ਇਸ ਕਰਕੇ ਸੀ ਕਿ ਸਤਿਗੁਰੂ ਜੀ ਮੈਂ ਕਿਹੜੇ ਘਰ ਚੱਲੀ ਹਾਂ। ਭਾਈ ਸਾਧਾ ਜਿਹੜਾ ਹੈ ਆਪਣੇ ਪੁੱਤਰ ਦੇ ਨੂੰ ਲੈ ਕੇ ਚੱਲ ਪਿਆ। ਗੁਰੂ ਡਰੋਲੇ ਪੂਰਬ ਆਏ, ਉਤਰੇ ਹੁਤੇ 10 ਬਿਦਤਾਏ। ਹੁਣ ਜਿਹੜੇ ਰਾਹ ਤੋਂ ਲੰਘ ਕੇ ਜਾਣਾ ਸੀ ਇਹਨੇ, ਤੁਲਕਾਣੀ ਪਿੰਡ, ਉਸ ਤੋਂ ਪਹਿਲੋਂ ਭਾਈ ਕੀ ਡਰੋਲੀ ਆਉਣੀ ਸੀ, ਇਸ ਰਸਤੇ ਤੋਂ ਲੰਘ ਕੇ ਜਾਣਾ ਸੀ। ਔਰ ਗੁਰੂ ਸਾਹਿਬ ਜੀ ਤੇ ਕੁਝ ਦਿਨ ਪਹਿਲੋਂ ਆ ਕੇ ਉਤਾਰਾ ਕੀਤਾ ਸੀ। ਸਭ ਨੂੰ ਪਤਾ ਸੀ ਕਿ 6ਵੇਂ ਸਤਿਗੁਰੂ ਮੇਰੀ ਪੀਰੀ ਦੇ ਮਾਲਕ ਜਿਹੜੇ ਨੇ ਪਿੰਡ ਡਰੋਲੀ ਵਿੱਚ ਆਏ ਹੋਏ ਨੇ। ਤੁਕਲਾਣੀ ਕੇ ਮਗ ਮੈਂ ਡੇਰਾ, ਭਜਨ ਕੀਰਤਨ ਹੋਤ ਕਨੇਰਾ। ਇਸ ਤੁਕਲਾਣੀ ਪਿੰਡ ਦੇ ਐਨ ਵਿਚਕਾਰ ਰਾਹ ਦੇ ਵਿੱਚ ਉੱਤੇ ਹੀ ਸੀ ਜਿੱਥੇ ਗੁਰੂ ਸਾਹਿਬ ਦਾ ਡੇਰਾ। ਦਿਨ ਰਾਤ ਜਿੱਥੇ ਕੀਰਤਨ ਹੁੰਦਾ ਹੈ। ਵੱਡੇ ਘਰ ਸੋ ਗ੍ਰਾਮ ਤੇ ਚਾਲੇ, ਦਿਨ ਮੈਂ ਪਰਹੇ ਕੰਮ ਵਿਸਾਲੇ। ਇਹ ਵੱਡੇ ਘਰ ਪਿੰਡ ਤੋਂ ਜਦੋਂ ਚੱਲੇ, ਗਰਮੀ ਦੇ ਦਿਨ ਸਨ, ਕਿਉਂਕਿ ਵਿਸਾਖੀ ਹੁਣੇ ਹੋ ਕੇ ਗਈ। ਇਸ ਕਰਕੇ ਸਵੇਰੇ ਵੱਡੇ ਦਿਨ ਜਿਹਨੂੰ ਕਹਿੰਦੇ ਨੇ ਅੰਮ੍ਰਿਤ ਵੇਲੇ ਚੱਲਦੇ ਨੇ, ਕਿ ਦਿਨ ਦੇ ਵਿੱਚ ਧੁੱਪ ਬਹੁਤੀ ਨਾ ਹੋਵੇ। ਜਾਂ ਤੇ ਬੜੀ ਰਹਿਣ ਤੇ ਪਿਆਨਾ, ਅਰ ਆਉਂਦਾ ਪਹੁੰਚੇ ਗੁਰਥਾਨਾ। ਇਸ ਕਰਕੇ ਇਹ ਵੱਡੀ ਰਾਤ ਭਾਵ ਕਿ ਅੱਧੀ ਰਾਤ ਤੋਂ ਬਾਅਦ ਅੰਮ੍ਰਿਤ ਵੇਲੇ ਚੱਲ ਪਏ। ਤੇ ਜਦੋਂ ਤੱਕ ਸੂਰਜ ਨਿਕਲਣਾ ਸੀ, ਸੂਰਜ ਨਿਕਲਣ ਤੋਂ ਪਹਿਲੋਂ ਇਹ ਭਾਈ ਕੇ ਡਰੋਲੀ ਤੱਕ ਪਹੁੰਚ ਗਏ। ਸਾਧਾ ਸਹਿਤ ਬਰਾਤ ਅਗਾਰੇ, ਡੋਰੇ ਸਾਧੂ ਸਹਿਤ ਪਿਛਾਰੇ। ਭਾਈ ਸਾਧਾ ਸਾਰੀ ਬਰਾਤ ਅੱਗੇ ਹੈ, ਸਾਧੇ ਦਾ ਪੁੱਤਰ ਸਾਧੂ ਤੇ ਡੋਲੀ ਉਹ ਪਿੱਛੇ ਹੈ। ਗੁਰ ਟਿਕਿਆਸਾ ਵਾਰ ਸੋ ਗਾਵੈ, ਬਾਦਤ ਆਦਰ ਬਾਬ ਬਜਾਵੈ। ਤੇ ਗੁਰੂ ਕਾ ਉਧਰ ਦੀਵਾਨ ਸੱਜਿਆ ਹੋਇਆ। ਰਵਾਬੀ ਸਿੱਖ ਜਿਹੜੇ ਨੇ ਉੱਚੇ ਧੁਨ ਦੇ ਵਿੱਚ ਆਸਾ ਕੀ ਵਾਰ ਦਾ ਕੀਰਤਨ ਕਰਦੇ ਨੇ, ਰਵਾਬ ਵੱਜਦੀ ਹੈ। ਆਕੁਲ ਕੇ ਦਹਤਾ ਸੁਣ ਕਾਨ, ਸ੍ਰੀ ਗੁਰ ਡੇਰਾ ਇਹ ਪਛਾਣ। ਹੁਣ ਲੰਘਦੇ ਆਸਾ ਕੀ ਵਾਰ ਦੀ ਆਵਾਜ਼ ਕੰਨਾਂ ਵਿੱਚ ਪਈ, ਤੇ ਭਾਈ ਆਕਲ ਦੇ ਧੀ ਨੇ ਇਸ ਆਵਾਜ਼ ਤੋਂ ਪਹਿਚਾਨ ਲਿਆ ਕਿ ਇਹ ਡੇਰਾ ਗੁਰੂ ਸਾਹਿਬ ਜੀ ਦਾ ਹੈ, ਕਿਉਂਕਿ ਵੱਡੇ ਵੱਡੇ ਤੰਬੂ ਲੱਗੇ ਹੋਏ ਨੇ। ਇਹ ਆਵਾਜ਼ ਜਿਹੜੀ ਆ ਰਹੀ ਹੈ, ਇਹ ਜ਼ਰੂਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਡੇਰਾ ਹੈ। ਪਿਤ ਕੇ ਸੰਗ ਗਏ ਬਹੁ ਬਾਰੇ, ਦਰਸ਼ਨ ਦੇਖਿਓ ਹੁਤੋ ਅਗਾਰੀ। ਕਿਉਂਕਿ ਆਪਣੇ ਪਿਤਾ ਭਾਈ ਆਕਲ ਦੇ ਨਾਲ ਕਈ ਵਾਰੀ ਪਹਿਲੋਂ ਅੰਮ੍ਰਿਤਸਰ ਵੀ ਗਈ, ਸਤਿਗੁਰੂ ਦੇ ਦਰਸ਼ਨ ਤੇ ਨੇ ਪਹਿਲੋਂ ਵੀ ਕੀਤੇ ਸਨ। ਚਿੱਤੇ ਹੈ ਉਪਾਏ ਸਮੀਪ ਗਵਣ ਕੋ, ਕਹਿਓ ਕਹਾਰਣ ਸੰਗ ਬਚਨ ਕੋ। ਹੁਣ ਇਹ ਬੇਬੀ ਉਪਾਅ ਸੋਚਦੀ ਹੈ ਕਿ ਗੁਰੂ ਸਾਹਿਬ ਦੇ ਦਰਸ਼ਨ ਕਿਵੇਂ ਹੋਣ, ਉਹਨਾਂ ਦੇ ਕੋਲ ਕਿਵੇਂ ਜਾਵਾਂ। ਤੇ ਜਿਹੜੇ ਕਹਾਰਾਂ ਨੇ ਡੋਲੀ ਚੁੱਕੀ ਸੀ, ਇਹ ਬੀਬੀ ਨੇ ਉਹਨਾਂ ਨੂੰ ਕੁਝ ਬਚਨ ਕਹੇ। ਤੁਮ ਜਾਣਤ ਹੋ ਸਗਰੀ ਬਾਤ, ਹਮ ਗੁਰ ਕੋ ਸਿੱਖ ਸਦ ਬਖਿਆਤ। ਕਿਉਂਕਿ ਜਿਹੜੇ ਹਕਾਰ ਡੋਲੇ ਚੁੱਕਣ ਵਾਲੇ ਨੇ ਉਹ ਵੀ ਪਿੰਡ ਦੇ ਨੇ। ਤੇ ਬੀਬੀ ਕਹਿੰਦੇ ਭਰਾਵੋ ਤੁਸੀਂ ਤੇ ਜਾਣਦੇ ਹੀ ਹੋ ਨਾ ਕਿ ਅਸੀਂ ਤੇ ਸਦਾ ਗੁਰੂ ਦੇ ਸਿੱਖ ਰਹੇ ਹਾਂ। ਇਹ ਡੇਰਾ ਟਿਕ ਹੈ ਗੁਰ ਕੇਰਾ, ਚਲਤ ਚਾਹੋ ਮੈਂ ਸਦਰਸ਼ਨ ਹੇਰਾ। ਤੇ ਇਹ ਗੁਰੂ ਸਾਹਿਬ ਦਾ ਡੇਰਾ, ਕੋਲੋਂ ਲੰਗਰ ਲੱਗਿਆ। ਮੈਂ ਚਾਹੁੰਦੀ ਹਾਂ ਕਿ ਸਤਿਗੁਰੂ ਦੇ ਦਰਸ਼ਨ ਕਰਕੇ ਫਿਰ ਅੱਗੇ ਚੱਲੀਏ। ਅੱਗੇ ਜਿਵੇਂ ਗੁਰੂ ਸਾਹਿਬ ਜੀ ਕਿਰਪਾ ਕਰਨਗੇ ਉਹ ਆਪਾਂ ਕੱਲ੍ਹ ਵਿਚਾਰਾਂਗੇ। ਸਮੇਂ ਦੇ ਮੁਤਾਬਕ ਇਤਨੀ ਬੇਨਤੀ ਪ੍ਰਵਾਨ ਕਰਨੀ ਹੈ ਜੀ। ਹੋਈਆਂ ਭੁੱਲਾਂ ਦੀ ਖਿਮਾ। ਆਓ ਇੱਕ ਦੋ ਵਾਰੀ ਰਸਨਾ ਦੇ ਨਾਲ ਲਵਾਈਏ ਹਾਜ਼ਰੀ, ਫਿਰ ਸਮਾਪਤੀ ਹੈ ਜੀ। ਵਾਹਿਗੁਰੂ 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 ਵਾਹਿਗੁਰੂ।
ਗੁਰੂ